ਵਿੱਚ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਵੀਰ ਅਮਨ ਸਿੰਘ ਜੀ ਦੀ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਹੁਣ ਕੁਝ ਸਿੱਖੀ ਪੇਸ਼ ਏਜੰਸੀ ਦੇ ਲੋਕ ਜਾਤ ਪਾਤ ਨੂੰ ਲੈ ਕੇ ਪੰਥ 'ਚ ਲੜਾਈ ਕਰਨ ਲਈ ਤਿਆਰ ਬੈਠੀ ਹੈ, ਤੁਸੀਂ ਕੌਮ ਲਈ ਕੁਝ ਸੰਦੇਸ਼ ਦਿਓਗੇ ਇਸ ਬਾਰੇ? ਜੀ ਡਾਕਟਰ ਸਾਹਿਬ। ਵੀਰ ਅਮਨ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਬੜੇ ਅਹਿਮ ਮੁੱਦੇ ਦੇ ਉੱਤੇ ਲਿਖਿਆ ਜੀ। ਅਸੀਂ ਅਕਸਰ ਇਸ ਦਾ ਜ਼ਿਕਰ ਕਰਦੇ ਹਾਂ ਔਰ ਜਦੋਂ ਅਸੀਂ 10 ਨਵੰਬਰ ਦੇ ਸਰਬੱਤ ਖਾਲਸਾ ਨੂੰ ਐਨਾਲਾਈਜ਼ ਕੀਤਾ ਕਿ ਵੀ ਉਸ ਦੀਆਂ ਕੀ ਹਾਂ ਪੱਖੀ ਗੱਲਾਂ ਨੇ, ਤਾਂ ਉਹਦੇ 'ਚ ਇੱਕ ਨੁਕਤਾ ਜਿਹਨੂੰ ਅਸੀਂ ਹਾਈਲਾਈਟ ਕੀਤਾ ਆਪਣੀ ਵਿਚਾਰ 'ਚ ਕਿ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ, ਉਹਨਾਂ ਨੇ ਉਸ ਦੇ ਵਿੱਚ ਸ਼ਮੂਲੀਅਤ ਵੀ ਕੀਤੀ ਔਰ 2-2.5 ਮਿੰਟ ਦੇ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਜਿਹੜਾ ਬੜੀ ਸਪਸ਼ਟਤਾ ਦੇ ਨਾਲ ਕੌਮ ਦੇ ਨਾਲ ਖਲੋਣ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਤੌਰੇ ਸਿੱਖ ਅਸੀਂ ਇੱਕ ਹੈ ਔਰ ਅਸੀਂ ਇਹ ਜਿਹੜਾ ਜ਼ੁਲਮ ਹੈ ਉਸ ਦੇ ਖਿਲਾਫ ਲੜਾਂਗੇ। ਔਰ ਮੈਂ ਸਮਝਦਾ ਹਾਂ ਵੀ ਜਿਹੜੇ 13 ਮਤੇ ਉਸ ਸਰਬੱਤ ਖਾਲਸਾ ਦੇ ਵਿੱਚ ਪ੍ਰਵਾਨੇ ਗਏ, ਉਹਨਾਂ ਦੇ ਵਿੱਚ ਜਿਹੜਾ ਇੱਕ ਬਹੁਤ ਹੀ ਅਹਿਮ ਮਤਾ ਜਿਹੜਾ ਜਿਸ ਨੇ ਮੈਂ ਸਮਝਦਾ ਵੀ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਉਹਨਾਂ ਦੇ ਮੂੰਹ ਭੰਨੇ ਵੀ ਨੇ, ਬੰਦ ਵੀ ਕੀਤੇ ਨੇ, ਉਸ ਦੇ ਉੱਤੇ ਜੇ ਅਮਲ ਅੱਗੋਂ ਤੁਰਦੇ ਤੇ ਉਹ ਇਹ ਸੀ ਕਿ ਪਿੰਡਾਂ ਦੇ ਵਿੱਚ ਜ਼ਾਤ ਪਾਤ ਆਧਾਰਿਤ ਗੁਰਦੁਆਰੇ ਖਤਮ ਕਰਕੇ ਇੱਕ ਗੁਰਦੁਆਰਾ ਹੋਏ ਔਰ ਸਾਂਝੇ ਸ਼ਮਸ਼ਾਨ ਘਾਟ ਹੋਣ। ਔਰ ਈਵਨ ਕਨਕਲੂਡਿੰਗ ਸਟੇਟਮੈਂਟ 'ਚ ਵੀ ਸੀ ਕਿ ਜ਼ਾਤ ਪਾਤ ਛੂਆ-ਛੂਤ ਇਹ ਜਿਹੜਾ ਸਾਰੇ ਨੇ ਇਹ ਬਿਲਕੁਲ ਨਿੰਦਣਯੋਗ ਨੇ ਔਰ ਇਸ ਦੇ ਖਿਲਾਫ ਸੰਘਰਸ਼ ਵਿੱਢਿਆ ਜਾਏ। ਸੋ ਅਸੀਂ ਸਮਝਦੇ ਹਾਂ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਤਬਕਾ ਹਮੇਸ਼ਾ ਹੀ ਉਹ ਹੁੰਦਾ, ਉਹ ਹਰ ਖਾਤੇ 'ਚ ਹੋਏਗਾ, ਹਰ ਖਾਨੇ 'ਚ ਹੋਏਗਾ, ਕੋਈ ਜ਼ਾਤ ਪਾਤੀ 'ਚ ਨਹੀਂ। ਜਿੱਥੇ ਇੱਕੋ ਜ਼ਾਤ ਦੇ ਸੋ ਕਾਲਡ ਇੱਕੋ ਜ਼ਾਤ ਦੇ ਲੋਕ ਵੀ ਹੋਣਗੇ, ਉਹਨਾਂ ਦੇ ਵਿੱਚ ਵੀ ਵੰਡੀ ਦਾ ਕੋਈ ਹੋਰ ਕਾਰਨ ਬਣਾ ਦੇਗਾ, ਇਲਾਕਾ ਪ੍ਰਸਤੀ ਆ ਜਾਏਗੀ ਜੀ। ਕੋਈ ਹੋਰ ਜ਼ਾਤਾਂ ਦੀਆਂ ਅੱਗੋਂ ਪਾਤਾਂ ਦੀਆਂ ਜੇ ਪਾਤ ਗੋਤ ਨੂੰ ਕਹਿੰਦੇ ਨੇ ਉਹਦੇ ਤੇ ਆਧਾਰਿਤ ਅੱਗੋਂ ਡਿਵੀਜ਼ਨ ਕਰ ਦੇਣਗੇ। ਸੋ ਮੈਂ ਸਮਝਦਾ ਵੀ ਸਾਡੇ ਲਈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਦੇ ਹਾਂ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਧ ਕੇ ਹੋਰ ਕਿਹੜੀ ਸਟੇਟਮੈਂਟ ਹੈ ਜਿਹਦੇ 'ਚ ਕਿ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਔਰ ਉਹ ਬਾਬਾ ਫਰੀਦ ਔਰ ਕੱਲੀ ਜ਼ਾਤ ਪਾਤ ਨਹੀਂ ਇਵਨ ਧਰਮ ਦੀ ਦੁਨੀਆ ਨੂੰ ਵੀ ਬਾਬਾ ਫਰੀਦ ਗੁਰੂ ਨਾਨਕ ਸਾਹਿਬ ਤੋਂ 250 ਸਾਲ ਪਹਿਲਾਂ ਹੋਏ, ਜ਼ਾਹਰਾ ਤੌਰ ਤੇ ਇਸਲਾਮ ਦੇ ਵਿੱਚ ਯਕੀਨ ਰੱਖਣ ਵਾਲੇ ਔਰ ਉਹਨਾਂ ਦਾ ਇਹ ਫਰਮਾਨ ਜਿਹੜਾ ਬਾਣੀ ਰਾਹੀਂ ਕਿ ਮਸੀਤ ਆਓ, ਉਹ ਜਿਹੜਾ ਕਿ ਮਸੀਤ ਨਹੀਂ ਆਉਂਦਾ ਉਸ ਨੂੰ ਜਿਹੜਾ ਹੈ ਉਹ ਕਿਸ ਕਿਸਮ ਦੀ ਸ਼ਬਦਾਵਲੀ ਨਾਲ ਉਹਨਾਂ ਨੇ ਸੰਬੋਧਨ ਕੀਤਾ। ਹੁਣ ਇਸ ਸਭ ਨੂੰ ਬਾਣੀ ਦੇ ਵਿੱਚ ਰੱਖਣਾ, ਆਪਣੇ ਨਾਲ ਬਿਠਾਣਾ ਸਾਰਿਆਂ ਨੂੰ, ਔਰ ਸਾਡਾ ਸਿਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਗੁਰੂ ਦੇ ਤੌਰ ਤੇ ਆਪਣਾ ਸੀਸ ਝੁਕਾਉਂਦੇ ਹਾਂ ਤੇ ਸਾਡਾ ਸੀਸ ਉਹ ਸਭ ਦੇ ਕਲਾਮ ਅੱਗੇ, ਸਭ ਦੀ ਬਾਣੀ ਅੱਗੇ ਝੁਕਦਾ ਜੀ। ਸੋ ਇਸ ਤੋਂ ਵੱਧ ਕੇ ਔਰ ਫਿਰ ਜਦੋਂ ਅਸੀਂ 10ਵੇਂ ਪਾਤਸ਼ਾਹ ਦੀ ਅੰਮ੍ਰਿਤ ਦੀ ਦਾਤ ਕਿ ਕਿਵੇਂ ਜਿਹੜਾ ਗੁਰੂ ਸਾਹਿਬ ਦਾ ਆਦੇਸ਼ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ, ਇੱਕ ਬਾਟੇ ਦੇ ਵਿੱਚ ਅੰਮ੍ਰਿਤ ਤਿਆਰ ਕਰਨਾ ਔਰ ਉਹਨੂੰ ਮੂੰਹ ਲਵਾਉਣਾ ਬਾਟੇ ਨੂੰ ਜੀ। ਹਾਲਾਂਕਿ ਉਹ ਸੈਪਰੇਟ ਵੀ ਦਿੱਤਾ ਜਾ ਸਕਦਾ ਸੀ, ਚਲੋ ਭਰਾ ਭਰਾਓ, ਫਿਰ ਗੱਲ ਸਿਰਫ ਅੰਮ੍ਰਿਤ ਦੇ ਬਾਟੇ ਨੂੰ ਇੱਕ ਮੂੰਹ ਲਵਾਉਣ ਦੀ ਨਹੀਂ ਹੈ। ਉਸ ਤੋਂ ਬਾਅਦ ਜਦੋਂ ਦੇਗ ਰੱਖੀ ਜਾਂਦੀ ਹੈ ਛਕਣ ਦੇ ਲਈ ਬਾਟੇ ਦੇ ਵਿੱਚ, ਉਹਦੇ 'ਚ ਵੀ ਹੁੰਦਾ ਹੈ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਸਾਰੇ ਉਸ ਬਾਟੇ ਦੇ ਵਿੱਚ ਖਾਂਦੇ ਨੇ, ਉਸ ਦੇ ਵਿੱਚ ਹੀ ਜਿਹੜੀ ਆ ਉਹ ਦੇਖ ਸਕਦੇ ਨੇ। ਹੁਣ ਇਹ ਜਿਹੜਾ ਪਾਰਟ ਸੀ ਇਹ ਐਸੈਂਸ਼ੀਅਲ, ਇਹ ਤਾਂ ਕਹਿਣਗੇ ਨਾ ਬ੍ਰੇਕਿੰਗ ਬ੍ਰੈਡ, ਇਹਨਾਂ ਦੀ ਕੈਥੋਲਿਕਸ ਦੀ ਟਰਮ ਹੈ। ਇੱਥੇ ਬ੍ਰੇਕਿੰਗ ਬ੍ਰੈਡ ਤੋਂ ਗੱਲ ਬਹੁਤ ਅੱਗੇ ਦੀ ਸੀ ਔਰ ਕਈ ਵਾਰੀ ਹੈਰਾਨੀ ਹੁੰਦੀ ਹੈ। ਅੰਮ੍ਰਿਤਸਰ ਦੇ ਇੱਕ ਸੱਜਣ ਮੈਨੂੰ ਦੱਸ ਰਹੇ ਸੀ ਕਿ ਪਿਛਲੇ ਦਿਨਾਂ 'ਚ ਸਰਬੱਤ ਖਾਲਸਾ 'ਚ ਸ਼ਾਮਲ ਹੋਣ ਲਈ ਉਹਨਾਂ ਦੇ ਘਰ ਹੀ ਜਿਹੜਾ ਰਾਣੀ ਕਾ ਬਾਗ 'ਚੋਂ ਰਹਿੰਦੇ ਨੇ ਵੀ ਅੱਡ ਅੱਡ ਜਥੇਬੰਦੀਆਂ ਦੇ ਸੀ, ਕੁਛ ਦੇ ਆਪਸੀ ਮਤਭੇਦ ਵੀ ਹੁੰਦੇ ਨੇ ਮਰਿਆਦਾ ਨੂੰ ਆਧਾਰ ਬਣਾ ਕੇ ਜਾਂ ਕੋਈ, ਤੇ ਕਹਿੰਦੇ ਵੀ ਮੇਰੇ ਨਾਲ ਸਾਰੇ ਹੀ ਸਨੇਹ ਕਰਦੇ ਨੇ ਵੀ ਅਗਲੇ ਦਿਨ ਸਾਰੇ ਹੀ ਬੈਠੇ, ਬਹੁਤ ਸਾਰੇ ਕਹਿੰਦੇ ਸਿੰਘ ਇਕੱਠੇ ਸੀ, ਤੇ ਕਹਿੰਦੇ ਮੈਂ ਉਹਨਾਂ ਨੂੰ ਹਾਸੇ 'ਚ ਕਿਹਾ, ਮੈਂ ਕਿਹਾ ਜੀ ਕਛਹਿਰੇ ਤਾਂ ਤੁਹਾਡੇ ਸਾਰਿਆਂ ਦੇ ਇੱਕੋ ਜਿਹੇ ਹੀ ਨੇ, ਫਿਰ ਵੀ ਤੁਸੀਂ ਲੜਦੇ ਹੋ। ਸੋ ਮਤਲਬ ਇਹ ਹੈ ਕਿ ਵੀ ਹਾਲਾਂ ਉਹਨਾਂ ਨੇ ਸਾਦਾ ਅੰਦਾਜ਼ 'ਚ ਕਿਹਾ, ਲੇਕਿਨ ਗੱਲ ਇਹ ਬਿਲਕੁਲ ਠੀਕ ਹੈ ਵੀ ਜਦੋਂ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਸਭ ਤੋਂ ਵੱਡੀ ਗੱਲ ਭਾਈ ਹੈ, ਭਾਈ ਭਾਈ, ਭਰਾ ਭਰਾ, ਤੇ ਫਿਰ ਇਹ ਕਾਹਦਾ ਇਹ ਜ਼ਾਤ ਪਾਤ ਗੋਤ ਉੱਚਾ ਨੀਵਾਂ ਇਹ ਸਾਰਾ ਪਾਠ ਜਿਹੜਾ
ਔਰ ਇਹ ਠੀਕ ਹੈ ਕਿ ਸਰਕਾਰ ਨੇ, ਜਿਵੇਂ ਮੈਂ ਅੱਗੇ ਵੀ ਕਿਹਾ ਸੀ, ਤਲਣ ਹੋਏ, ਰਾਪੁਰ ਬੱਲਾ ਹੋਏ, ਉਹ ਸਮਝਦੇ ਨੇ ਵੀ ਪੰਜਾਬ ਦੇ ਵਿੱਚ ਇਹ ਜਿਹੜਾ ਪਾਰਟ ਹੈ, ਪੰਜਾਬ ਦੇ 12-13 ਹਜ਼ਾਰ ਪਿੰਡਾਂ 'ਚ ਜਦੋਂ ਮਰਜ਼ੀ ਜ਼ਾਤ ਪਾਤੀ ਸਿਸਟਮ ਦੇ ਥੱਲੇ ਤੁਸੀਂ ਜਿਹੜਾ ਉਹ ਦੰਗੇ ਕਰਾ ਦਿਓ ਜਿਵੇਂ ਉਹਨਾਂ ਨੇ ਕੀਤੇ। ਲੇਕਿਨ ਮੈਂ ਸਮਝਦਾ ਵੀ ਇਹ ਜਿਹੜਾ ਸਰਬੱਤ ਖਾਲਸਾ ਹੈ, ਇਸ ਦੇ ਵਿੱਚ ਸਰਦਾਰ ਕਰੀਮਪੁਰੀ ਦੀ ਸ਼ਮੂਲੀਅਤ ਔਰ ਜਿਹੜਾ ਉਸ ਦਾ ਇੱਕ ਮਤਾ ਹੈ ਜਿਹਨੂੰ ਪੰਥ ਨੇ ਉੱਥੇ ਲੱਖਾਂ ਸਿੱਖਾਂ ਨੇ ਪ੍ਰਵਾਨ ਕੀਤਾ, ਬਾਹਰ ਸਿੱਖਾਂ ਨੇ ਕੀਤਾ, ਇਸ ਦੇ ਉੱਤੇ ਸਾਨੂੰ ਅਮਲ ਦਰਾਮਦ ਕਰਨ ਦੀ ਲੋੜ ਹੈ ਤਾਂ ਕਿ ਦੁਸ਼ਮਣ ਦੇ ਭੇਸ, ਦੁਸ਼ਮਣ ਸਿੱਖੀ ਭੇਸ 'ਚ ਭਾਵੇਂ ਜਿੰਨੀਆਂ ਮਰਜ਼ੀ ਜਿਹੜੀ ਹੈ ਉਹ ਟਾਰਾਂ ਮਾਰੇ, ਟੱਕਰਾਂ ਮਾਰੇ, ਦਖਲ ਅੰਦਾਜ਼ੀ ਕਰੇ, ਅਸੀਂ ਜਿਹੜਾ ਆਪਣੇ ਮਿਸ਼ਨ ਤੋਂ ਲਾਂਭੇ ਨਾ ਹੋਈਏ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਗੌੜੀ ਕਬੀਰ ਜੀ ਦੁੱਪਦੇ, ਹੁਣ ਪਹਿਲਾਂ 4 ਪਦੇ ਹੁੰਦੇ ਨੇ ਜਿਹਦੇ 'ਚ ਕਿ ਪਦ 4 ਜਿਹੜੀ ਉਹਦੀ ਫਾਰਮੇਸ਼ਨ ਹੈ, ਔਰ ਇਹ ਦੁੱਪਦੇ 'ਚ 2 ਪਦ ਨੇ ਔਰ ਦੂਸਰੇ ਤੋਂ ਪਹਿਲੇ ਤੋਂ ਬਾਅਦ ਰਹਾਓ ਹੁੰਦੇ। ਔਰ ਗੌੜੀ ਕਬੀਰ ਜੀ, ਨਾਮੈ ਜੋਗ ਧਿਆਨ ਚਿਤ ਲਾਇਆ, ਬਿਨ ਬੈਰਾਗ न छूटस माया, कैसे जीवन हुए हमारा, जब ना हुए राम नाम आधारा, कहो कबीर खोजो आसमान, राम समान ना देखो आन। जी हुण ये क्योंकि कबीर साहब ਜਾਂ ਗੁਰਮਤਿ ਦੀ ਵਿਚਾਰਧਾਰਾ ਪ੍ਰੇਮ ਦੀ ਵਿਚਾਰਧਾਰਾ ਹੈ, ਪਿਆਰ ਦੀ ਵਿਚਾਰਧਾਰਾ ਹੈ, ਰੱਬ ਦੇ ਸਾਹਮਣੇ ਆਪਾ ਸਮਰਪਣ ਕਰਨ ਦੀ ਵਿਚਾਰਧਾਰਾ ਹੈ। ਕੋਈ ਗਿਆਨ ਧਿਆਨ, ਕੋਈ ਬਹੁਤ ਵੱਡਾ ਫਲਸਫਾ, ਕੋਈ ਜਪ ਤਪ, ਪੁੱਠਾ ਰਟਕਣਾ ਸਿੱਧਾ ਰਟਕਣਾ, ਇਸ ਦੇ ਨਾਲ ਰੱਬ ਨੂੰ ਰਿਝਾਣ ਦੀ ਗੱਲ ਨਹੀਂ ਹੈ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਨਾ ਮੈਂ ਜੋਗ ਧਿਆਨ ਚਿਤ ਲਾਇਆ, ਨਾ ਮੇਰਾ ਚਿੱਤ, ਮਨ, ਮੇਰੀ ਸੁਰਤ, ਮੇਰੀ ਰੂਹ, ਮੇਰੀ ਆਤਮਾ ਯੋਗ ਦੇ ਵਿੱਚ ਲੱਗੀ, ਨਾ ਮੈਂ ਕੋਈ ਧਿਆਨ ਵੱਲ ਆਇਆ ਜਿਹੜਾ ਕਿ ਉਹਨਾਂ, ਇਹ ਵੀ ਇੱਕ ਸਕੂਲ ਹੈ। ਬਿਨ ਬੈਰਾਗ ਨਾ ਛੂਟਸ ਮਾਇਆ, ਮੇਰੇ ਅੰਦਰ ਤਾਂ ਉਸ ਪਿਆਰੇ ਨੂੰ ਪਾਣ ਦੀ ਕਾਮਨਾ, ਤਾਂਗ, ਵੈਰਾਗ ਇੰਨਾ ਉਪਜਿਆ ਕਿ ਜੇ ਉਹ ਵੈਰਾਗ ਨਾ ਹੋਏ ਤੇ ਮਾਇਆ ਦੇ ਪ੍ਰਭਾਵ ਤੋਂ ਛੁਟਕਾਰਾ ਨਹੀਂ ਹੋ ਸਕਦਾ, ਦੁਨੀਆ ਦੇ ਪਕੜ ਤੋਂ ਤੁਸੀਂ ਨਿਕਲ ਨਹੀਂ ਸਕਦੇ। ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ ਰਾਮ ਨਾਮ ਆਧਾਰਾ, ਕਿ ਜੇ ਮੇਰੇ ਅੰਦਰ ਵੈਰਾਗ ਨਾ ਹੁੰਦਾ, ਰਾਮ ਨਾਮ ਦਾ ਪਿਆਰ ਨਾ ਉਪਜਦਾ, ਰੱਬ ਦੇ ਲਈ ਮੇਰੀ ਪ੍ਰੀਤ ਨਾ ਹੁੰਦੀ, ਮੈਂ ਰੱਬ ਨੂੰ ਸਮਰਪਿਤ ਨਾ ਹੁੰਦਾ, ਤੇ ਮੇਰਾ ਕਿਹੋ ਜਿਹਾ ਜੀਵਨ ਹੋਣਾ ਸੀ, ਮੈਂ ਕਿਹੋ ਜਿਹੀ ਜ਼ਿੰਦਗੀ ਜੀ ਰਹੇ ਹੋਣਾ ਸੀ। ਕਹੋ ਕਬੀਰ ਖੋਜੋ ਅਸਮਾਨ, ਖੋਜੋ ਅਸਮਾਨ ਦਾ ਮਤਲਬ ਇਹ ਹੈ ਕਿ ਮੈਂ ਸਾਰੀ ਦੁਨੀਆ ਖੋਜ ਕੇ ਦੇਖ ਲਈ। ਹੁਣ ਇਹ ਖੋਜਣਾ ਇਵੇਂ ਹੀ ਹੈ ਜਿਵੇਂ ਕਹਿੰਦੇ ਜੀ ਜਾ ਤੂੰ ਘੁੰਮਿਆ ਦੱਖਣ ਦੁਆਬਾ, ਕਿ ਵੀ ਜਾਇਆ ਜਿੱਥੇ ਵੀ ਜਾਣਾ ਅਲਟੀਮੇਟਲੀ ਇੱਥੇ ਹੀ ਆਉਣਾ, ਜਾਂ ਜਿਵੇਂ ਹੁੰਦਾ ਹੈ ਕਿ ਜੀ ਇਹ ਆਖਿਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ, ਕਰ ਲੈ ਭਾਈ। ਉਹ ਕਹਿੰਦਾ ਹੋਣਾ ਮੂਲਾ ਜੀ ਮੈਂ ਬਾਪੂ ਆਹ ਕਰ ਦਿਆਂਗਾ, ਉਹ ਕਹਿੰਦਾ ਤੂੰ ਕਰ ਲੈ ਜੋ ਕਰਨਾ, ਪਰ ਬਹਿਣਾ ਤੂੰ ਹੱਟੀ ਹੈ। ਸੋ ਕਬੀਰ ਸਾਹਿਬ ਨੇ ਕਹੋ ਕਬੀਰ ਖੋਜੋ ਅਸਮਾਨ, ਕਿ ਮੈਂ ਸਾਰੀ ਦੁਨੀਆ, ਸਾਰਾ ਜੀਵਨ ਜਿਹੜਾ ਉਹ ਦੇਖ ਲਿਆ ਹੰਡ ਕੇ ਵੰਝ ਕੇ, ਰਾਮ ਸਮਾਨ ਨਾ ਦੇਖੋ ਆਨ, ਕੋਈ ਪਿਆਰੇ ਵਰਗਾ ਨਹੀਂ ਹੈ, ਕੋਈ ਰਮੇ ਹੋਏ ਉਸ ਵਾਹਿਗੁਰੂ ਵਰਗਾ ਨਹੀਂ ਹੈ, ਕੋਈ ਉਸ ਦੇ ਤੁਲ ਨਹੀਂ ਹੈ। ਤੇ ਜੇ ਕੋਈ ਉਸ ਦੇ ਤੁਲ ਨਹੀਂ ਹੈ ਤੇ ਉਸ ਦਾ ਦਰ ਛੱਡ ਕੇ, ਉਸ ਦਾ ਘਰ ਛੱਡ ਕੇ, ਉਸ ਦੀ ਪ੍ਰੀਤ ਛੱਡ ਕੇ, ਉਸ ਦਾ ਮਾਣ ਛੱਡ ਕੇ, ਉਸ ਦੇ ਉੱਤੇ ਆਪਾ ਕੁਰਬਾਨ ਕਰਨਾ ਛੱਡ ਕੇ ਮੈਂ ਗੈਰਾਂ ਦੇ ਅੱਗੇ ਕਿਉਂ ਜਾ ਕੇ ਸਿਰ ਨਵਾਵਾਂ, ਥਾਂ ਥਾਂ ਮੈਂ ਕਿਉਂ ਟੱਕਰਾਂ ਖਾਵਾਂ। ਸੋ ਮੈਂ ਸਮਝਦਾ ਵੀ ਇਹ ਜਿਹੜਾ ਸਾਡੇ ਲਈ ਵੀ ਹੈ ਕਿ ਅਸੀਂ ਉਸ ਭਰੇ ਭਕੁੰਨੇ ਘਰ ਦੇ ਮਾਲਕ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜਾ ਗੁਰੂ ਸਾਹਿਬਾਨ ਨੇ ਪਰਉਪਕਾਰ ਕਰਕੇ ਸਮੁੱਚੀ ਇਨਸਾਨੀਅਤ ਨੂੰ ਦਿੱਤੀ ਹੈ, ਸਾਡੇ ਲਈ ਤਾਂ ਜਾਗਤ ਜੋਤ ਗੁਰੂ ਨੇ। ਅਸੀਂ ਬਾਣੀ ਨੂੰ ਛੱਡ ਕੇ, ਰੱਬ ਨੂੰ ਛੱਡ ਕੇ, ਕੋਈ ਜੰਤਰੀ, ਕੋਈ ਮੰਤਰੀ, ਕੋਈ ਤੰਤਰੀ, ਕੋਈ ਨਗਾੜੀਆਂ ਮੁੰਦਰੀਆਂ, ਕੋਈ ਜੋਤਸ਼ੀ, ਕੋਈ ਪਾਂਡੇ, ਕੋਈ ਹੋਰ ਪੁੱਛਾਂ ਦੱਸਣ ਵਾਲੇ, ਉਹਨਾਂ ਦੇ ਤੁਰੇ ਹੁੰਦੇ। ਤੇ ਫਿਰ ਗੁਰੂ ਸਾਹਿਬ ਨੇ ਯਾਦ ਕਰਵਾਇਆ ਹੋਇਆ ਕਿ ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਵਣਜਾਰਿਆ, ਸਤਿਗੁਰੂ ਹੈ ਬੋਹਿਥਾ, ਵਿਰਲੇ ਕਿਨਾ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਇਹ ਬੋਹਿਤ, ਇਹ ਜਹਾਜ਼, ਇਹ ਪਾਰ ਲਾਉਣ ਵਾਲੀ ਚੀਜ਼ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਸੋ ਇਹੀ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84
ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।